हाँ जी, स्वागत है तुहाडा एक बार फिर। अज आपां बेटा गल करांगे तुहाडे NTSC एग्जाम लई जां 9th 10th ਈਵਨ 8th ਦੇ ਵਿੱਚ ਵੀ ਇਹ ਟੌਪਿਕ ਤੁਹਾਡੀ ਸਾਇੰਸ ਦੇ ਬੁੱਕ ਦੇ ਵਿੱਚ ਹੈਗਾ ਧੁਨੀ ਸਾਊਂਡ ਬਾਰੇ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਔਨ ਦਾ ਬੇਸਿਸ ਆਫ ਯੂਅਰ ਐਗਜ਼ਾਮਸ NTSC NMS ਔਰ PSTSC ਜਾਂ ਐਨੀ ਅਦਰ ਕੰਪੀਟੀਟਿਵ ਐਗਜ਼ਾਮ ਜਾਂ ਤੁਹਾਡੇ ਜਿਹੜੇ ਵੀ ਪੇਪਰ ਹੋਣੇ ਆ 9th ਤੇ 8th ਤੇ ਜਾਂ 10th ਦੇ ਉਹਨਾਂ ਦੇ ਵਿੱਚ ਇਹ ਬਹੁਤ ਕੰਮ ਆਉਣ ਵਾਲਾ ਤੁਹਾਡੇ ਲਈ ਚੈਪਟਰ ਹੈ। ਜਾਂ ਇਹ ਬੇਟਾ ਇੰਨਾ ਕੁ ਇੰਪੋਰਟੈਂਟ ਚੈਪਟਰ ਆ, ਆਪਾਂ ਨੂੰ ਆਪਣੇ ਬਾਰੇ ਇਸ ਚੈਪਟਰ ਦੇ ਵਿੱਚੋਂ ਬਹੁਤ ਕੁਝ ਜਾਣਨ ਨੂੰ ਮਿਲਦਾ। ਠੀਕ ਹੈ, ਬਹੁਤ ਮਹੱਤਵਪੂਰਨ ਗੱਲਾਂ ਆਪਾਂ ਨੂੰ ਇਸ ਚੈਪਟਰ ਦੇ ਵਿੱਚੋਂ ਜਾਣਨ ਨੂੰ ਮਿਲਣਗੀਆਂ। ਠੀਕ ਹੈ ਬੇਟਾ, ਤਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ। ਠੀਕ ਹੈ, ਇਸ ਵੀਡੀਓ ਦੇ ਵਿੱਚ ਆਪਾਂ ਧੁਨੀ ਚੈਪਟਰ ਬਾਰੇ ਧੁਨੀ ਬਾਰੇ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ ਜੀ, ਧੁਨੀ ਯਾਨੀ ਕਿ ਸਾਊਂਡ ਇੰਪੋਰਟੈਂਟ ਫੈਕਟਸ ਐਂਡ ਇਨਫੋਰਮੇਸ਼ਨ। ਫਸਟ, ਧੁਨੀ ਹੈ ਕੀ? ਠੀਕ ਹੈ, ਧੁਨੀ ਇੱਕ ਪ੍ਰਕਾਰ ਦੀ ਊਰਜਾ ਹੈ ਜੋ ਭਿੰਨ ਭਿੰਨ ਵਸਤੂਆਂ ਦੇ ਕੰਪਣ ਕਾਰਨ ਪੈਦਾ ਹੁੰਦੀ ਹੈ। ਇੱਕ ਪ੍ਰਕਾਰ ਦੀ ਕੀ ਹੈ ਬੇਟਾ? ਇਹ ਊਰਜਾ ਹੈ। ਠੀਕ ਹੈ, ਜਾਂ ਆਪਾਂ ਕਹਾਂਗੇ ਇੱਕ ਪ੍ਰਕਾਰ ਦੀ ਤਰੰਗ ਹੈ। ਠੀਕ ਹੈ, ਜੋ ਭਿੰਨ ਭਿੰਨ ਵਸਤੂਆਂ ਦੇ ਕੰਪਣ ਕਾਰਨ ਪੈਦਾ ਹੁੰਦੀ ਹੈ। ਮਤਲਬ ਕੋਈ ਵਸਤੂ ਆਪਾਂ ਦੂਜੀ ਵਸਤੂ 'ਤੇ ਉਹਦੇ 'ਤੇ ਮਾਰੀ, ਇੱਕ ਦੂਜੀ 'ਤੇ ਦੋ ਇੱਕ ਦੂਜੇ ਨਾਲ ਭਿੜ ਗਈਆਂ, ਮਤਲਬ ਮਾਰੀਆਂ ਇੱਕ ਦੂਜੇ 'ਤੇ, ਉਹਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਕੰਪਣ ਪੈਦਾ ਹੁੰਦਾ ਤਾਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ? ਧੁਨੀ ਬੋਲਦੇ ਹਾਂ। ਠੀਕ ਹੈ, ਅੱਗੇ ਵੀ ਧੁਨੀ ਕਿਸੇ ਪਦਾਰਥ ਮਾਧਿਅਮ ਵਿੱਚ ਲੰਬੇ ਦਾ ਤਰੰਗਾਂ। ਠੀਕ ਹੈ, ਲੰਬੇ ਦਾ ਮਤਲਬ ਉੱਪਰ ਅਤੇ ਨੀਚੇ, ਲੰਬੇ ਦਾ ਤਰੰਗਾਂ ਯਾਨੀ ਕਿ ਲੌਂਗੀਟਿਊਡਨਲ ਵੇਵਸ ਦੇ ਰੂਪ ਵਿੱਚ ਚੱਲਦੀ ਹੈ। ਧੁਨੀ ਹਮੇਸ਼ਾ ਲੌਂਗੀਟਿਊਡਨਲ ਵੇਵਸ ਦੇ ਰੂਪ ਦੇ ਵਿੱਚ ਚੱਲਦੀ ਹੈ। ਠੀਕ ਹੈ ਬੇਟਾ, ਇਹ ਹੈ ਲੌਂਗੀਟਿਊਡਨਲ ਵੇਵਸ, ਉੱਪਰ ਅਤੇ ਨੀਚੇ। ਠੀਕ ਹੈ, ਲੌਂਗੀਟਿਊਡਨਲ ਵੇਵਸ ਦੇ ਰੂਪ ਵਿੱਚ ਚੱਲਦੀ ਹੈ। ਠੀਕ ਹੈ, ਦੋ ਪ੍ਰਕਾਰ ਦੀਆਂ ਹੁੰਦੀਆਂ ਇਹ ਵੈਸੇ ਤਾਂ ਤਰੰਗਾਂ, ਲੰਬੇ ਦਾ ਤਰੰਗਾਂ ਅਤੇ ਪਾਸਵੇਂ ਦਾ। ਠੀਕ ਹੈ, ਖੱਬੇ ਸੱਜੇ। ਲੌਂਗੀਟਿਊਡਨਲ ਵੇਵਸ ਐਂਡ ਟਰਾਂਸਵਰਸ ਵੇਵ। ਠੀਕ ਹੈ, ਟਰਾਂਸਵਰਸਲ ਵੇਵ ਐਂਡ ਲੌਂਗੀਟਿਊਡਨਲ ਵੇਵਸ। ਜਿਹੜੀ ਧੁਨੀ ਹੈ ਉਹ ਕਿਹੜੀ ਵੇਵਸ ਆ ਬੇਟਾ? ਲੌਂਗੀਟਿਊਡਨਲ ਵੇਵਸ ਹੈ, ਲੰਬੇ ਦਾ ਤਰੰਗ ਹੈ। ਠੀਕ ਹੈ, ਇੱਕ ਵੇਵਸ ਦੋਨੋਂ ਪ੍ਰਕਾਰ ਦੀਆਂ ਹੁੰਦੀਆਂ, ਜਿਵੇਂ ਲਾਈਟ ਵੇਵ ਲੌਂਗੀਟਿਊਡਨਲ ਅਤੇ ਟਰਾਂਸਵਰਸਲ, ਉਹਨਾਂ ਨੂੰ ਇਲੈਕਟ੍ਰੋਮੈਗਨੈਟਿਕ ਵੇਵਸ ਵੀ ਬੋਲਦੇ ਨੇ। ਠੀਕ ਹੈ, ਵਿਜਲ ਚੁੰਬਕੀ ਤਰੰਗਾਂ। ਠੀਕ ਹੈ, ਉਹਨਾਂ ਨੂੰ ਮਤਲਬ ਟਰੈਵਲ ਕਰਨ ਲਈ ਕਿਸੇ ਮੀਡੀਅਮ ਦੀ ਲੋੜ, ਮਾਧਿਅਮ ਦੀ ਲੋੜ ਆ ਜਿਹੜੀ ਉਹ ਨਹੀਂ ਪੈਂਦੀ, ਬਟ ਧੁਨੀ ਨੂੰ ਪੈਂਦੀ ਹੈ। ਧੁਨੀ ਖਲਾ ਜਾਂ ਨਿਰਵਾਜੂ ਵਿੱਚ ਸੰਚਾਰ ਨਹੀਂ ਕਰ ਸਕਦੀ। ਮਤਲਬ ਧੁਨੀ ਨੂੰ ਟਰੈਵਲ ਕਰਨ ਦੇ ਲਈ, ਧੁਨੀ ਨੂੰ ਇੱਕ ਥਾਂ ਤੋਂ ਦੂਸਰੀ ਸਥਾਨ 'ਤੇ ਜਾਣ ਦੇ ਲਈ ਕਿਸੇ ਨਾ ਕਿਸੇ ਮਾਧਿਅਮ ਦੀ ਲੋੜ ਪੈਂਦੀ ਹੈ, ਠੋਸ ਦੀ, ਦ੍ਰਵ ਦੀ ਜਾਂ ਗੈਸ ਦੀ। ਠੀਕ ਹੈ, ਮਤਲਬ ਧੁਨੀ ਆ ਜਿਹੜੀ ਖਲਾ ਦੇ ਵਿੱਚ ਜਾਂ ਨਿਰਵਾਜੂ ਦੇ ਵਿੱਚ, ਜਿੱਥੇ ਵਾਜੂ ਨਾ ਹੋਵੇ। ਠੀਕ ਹੈ, ਜਿੱਥੇ ਮੀਡੀਅਮ ਨਾ ਹੋਵੇ ਉੱਥੇ ਸੰਚਾਰ ਆ ਜਿਹੜੀ ਉਹ ਨਹੀਂ ਕਰ ਸਕਦੀ। ਠੀਕ ਹੈ ਬੇਟਾ, ਅੱਗੇ ਤਰੰਗ ਲੰਬਾਈ ਹੈ। ਠੀਕ ਹੈ, ਦੋ ਕ੍ਰਮਵਾਰ ਨਪੀੜਨਾ ਅਤੇ ਨਿਖੇੜਨਾ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਬੋਲਦੇ ਆ। ਜਿਵੇਂ ਆਪਾਂ ਕਿਹਾ ਸੀ ਵੀ ਬਣਾਇਆ ਸੀ ਆਪਾਂ ਇਹ। ਠੀਕ ਹੈ, ਇਹ ਵਾਲਾ ਧੁਨੀ ਦਾ ਜਿਹੜਾ ਆਪਾਂ ਵੇਵ ਬਣਾਈ ਸੀ, ਤਰੰਗ ਬਣਾਈ ਸੀ, ਜਿਹੜੇ ਇਹ ਨੇ ਇਹਨਾਂ ਨੂੰ ਆਪਾਂ ਬੋਲਦੇ ਹਾਂ, ਜਿਹੜੇ ਉੱਪਰ ਵਾਲੇ ਨੇ। ਠੀਕ ਹੈ, ਇਹਨਾਂ ਨੂੰ ਆਪਾਂ ਬੋਲਦੇ ਹਾਂ ਬੇਟਾ ਕਰਸਟ। ਠੀਕ ਹੈ, ਉਚਾਨ। ਅਤੇ ਜਿਹੜਾ ਨੀਚੇ ਵਾਲਾ ਇਹਨੂੰ ਬੋਲਦੇ ਆਪਾਂ ਟਰਫ, ਮਤਲਬ ਨਿਵਾਣ। ਉਚਾਨ ਅਤੇ ਨਿਵਾਣ ਦੇ ਰੂਪ ਦੇ ਵਿੱਚ ਚੱਲਦੀ ਹੈ ਇਹ। ਉੱਪਰ ਵਾਲੇ ਉਚਾਨ ਨੇ ਦੋਨੋਂ। ਠੀਕ ਹੈ, ਆਹ ਦੋਨੋਂ ਉੱਪਰ ਵਾਲੇ ਇਹ ਅਤੇ ਇਹ ਦੋਨੋਂ ਉਚਾਨ ਨੇ, ਅਤੇ ਇਹ ਕੀ ਹੈ ਵੀ ਨਿਵਾਣ, ਕਰਸਟ ਅਤੇ ਟਰਫ। ਕਲੀਅਰ ਆ ਵੀ? ਦੋ ਕ੍ਰਮਵਾਰ ਨਿਵਾਣ ਜਾਂ ਉਚਾਨ ਦੇ ਵਿਚਕਾਰ ਦੀ ਜਿਹੜੀ ਦੂਰੀ ਆ ਉਹਨੂੰ ਆਪਾਂ ਬੋਲਦੇ ਹਾਂ ਤਰੰਗ ਲੰਬਾਈ। ਇਹਨੂੰ ਲੈਮਡਾ ਨਾਲ ਦਰਸਾਇਆ ਜਾਂਦਾ। ਜਿਹੜਾ ਇਹ ਸਿੰਬਲ ਆ ਬੇਟਾ, ਜਿਹੜਾ ਉੱਪਰ ਮੈਂ ਪਾਇਆ, ਇਹ ਕੀ ਹੈ? ਲੈਮਡਾ। ਠੀਕ ਹੈ, ਇਹਨੂੰ ਲੈਮਡਾ ਨਾਲ ਦਰਸਾਇਆ ਜਾਂਦਾ। ਇਹਨੂੰ ਕੀ ਬੋਲਦੇ ਹਾਂ ਆਪਾਂ? ਤਰੰਗ ਲੰਬਾਈ। ਮਤਲਬ ਤਰੰਗ ਦੀ ਲੰਬਾਈ ਕਿੰਨੀ ਹੈ, ਇਹਨੂੰ ਕਿਹਦੇ ਵਿੱਚ ਮਾਪਿਆ ਜਾਂਦਾ ਵੀ? ਮੀਟਰ ਦੇ ਵਿੱਚ। ਠੀਕ ਹੈ, ਇਹਨੂੰ ਮੀਟਰ ਦੇ ਵਿੱਚ ਮਾਪਿਆ ਜਾਂਦਾ। ਸਿੰਬਲ ਕਿਹੜਾ ਵਰਤਿਆ ਜਾਂਦਾ ਇਹਦੇ ਲਈ? ਲੈਮਡਾ। ਕਲੀਅਰ ਆ ਬੇਟਾ? ਨੈਕਸਟ ਹੈਗਾ ਆਵਰਤ ਕਾਲ। ਠੀਕ ਹੈ, ਆਵਰਤ ਤਰੰਗ ਦੁਆਰਾ ਮਾਧਿਅਮ ਦੀ ਘਣਤਾ ਜਾਂ ਦਬਾਅ ਦੇ ਇੱਕ ਪੂਰੇ ਡੋਲਣ ਲਈ ਲੱਗੇ ਗਏ ਸਮੇਂ ਨੂੰ ਆਵਰਤ ਕਾਲ ਕਹਿੰਦੇ ਨੇ। ਇੱਕ ਪੂਰਾ ਡੋਲਣ ਪੂਰਾ ਕਰਨ ਲਈ ਉਹਨੂੰ ਕਿੰਨਾ ਸਮਾਂ ਲੱਗਿਆ? ਇੱਕ ਤਰੰਗ ਪੂਰੀ ਤੈਅ ਕਰਨ ਲਈ, ਤਰੰਗ ਲੰਬਾਈ ਪੂਰੀ ਤੈਅ ਕਰਨ ਲਈ, ਇੱਕ ਡੋਲਣ ਪੂਰਾ ਕਰਨ ਦੇ ਲਈ ਉਹਨੂੰ ਕਿੰਨਾ ਸਮਾਂ ਲੱਗਿਆ, ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟਾ? ਆਵਰਤ ਕਾਲ, ਟਾਈਮ ਪੀਰੀਅਡ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਹੈਗੇ ਆਵਰਤੀ। ਇਹ ਆਵਰਤ ਕਾਲ ਦਾ ਉਲਟ ਹੁੰਦੀ ਹੈ। ਇਕਾਈ ਸਮੇਂ ਦੇ ਵਿੱਚ ਪੂਰੇ ਹੋਣ ਵਾਲੇ ਡੋਲਣਾਂ ਦੀ ਕੁੱਲ ਸੰਖਿਆ ਨੂੰ ਆਵਰਤੀ F ਬੋਲਦੇ ਨੇ। F = 1/T, ਮਤਲਬ ਇਹ ਟਾਈਮ ਪੀਰੀਅਡ ਦਾ ਉਲਟ ਹੈ। ਠੀਕ ਹੈ, ਇੱਕ ਸੈਕਿੰਡ ਦੇ ਵਿੱਚ ਕਿੰਨੇ ਡੋਲਣ ਪੂਰੇ ਹੋਏ?
ਕਿੰਨੇ ਡੋਲਣ ਹੋਏ 1 ਸੈਕਿੰਡ ਦੇ ਵਿੱਚ, ਉਹਨੂੰ ਆਪਾਂ ਕੀ ਬੋਲਦੇ ਹਾਂ, ਆਵਰਤੀ। ਜਾਂ ਆਵਰਤੀ ਦਾ ਮਤਲਬ ਕੀ ਹੈ, ਕੋਈ ਘਟਨਾ ਕਿੰਨੀ ਛੇਤੀ ਵਾਪਰ ਗਈ, ਠੀਕ ਹੈ, 1 ਸੈਕਿੰਡ ਦੇ ਵਿੱਚ ਕਿੰਨੀ ਵਾਰੀ ਕੰਪਨ ਕੀਤਾ ਉਹਨੇ। ਜੇ ਆਪਾਂ ਸਾਈਕਲ ਦੀ ਗੱਲ ਕਰ ਰਹੇ ਹਾਂ, 1 ਸੈਕਿੰਡ ਦੇ ਵਿੱਚ ਕਿੰਨੇ ਡੋਲਣ ਪੂਰੇ ਹੋਏ, ਕਿੰਨੇ ਸਾਈਕਲ ਪੂਰੇ ਹੋਏ 1 ਸੈਕਿੰਡ ਦੇ ਵਿੱਚ, ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟਾ, ਉਸ ਦੀ ਆਵਰਤੀ ਬੋਲਦੇ ਹਾਂ, ਉਸ ਤਰੰਗ ਦੀ ਆਵਰਤੀ ਬੋਲਦੇ ਹਾਂ। ਕਲੀਅਰ ਹੈ। ਅਤੇ ਕਿਹਦਾ ਉਲਟ ਹੁੰਦੀ ਹੈ, ਟਾਈਮ ਪੀਰੀਅਡ ਦਾ ਉਲਟ ਹੁੰਦੀ ਹੈ। ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਬੋਲਦੇ ਹਾਂ ਫਰੀਕੁਐਂਸੀ, ਠੀਕ ਹੈ। ਇਟ ਇਜ਼ ਰੈਸੀਪ੍ਰੋਕਲ ਆਫ ਟਾਈਮ ਪੀਰੀਅਡ। ਆਵਰਤੀ ਹੈ ਜਿਹੜੀ ਉਹ ਆਵਰਤਕਾਲ ਦਾ ਉਲਟ ਹੁੰਦੀ ਹੈ। ਮਤਲਬ ਜੇ ਆਪਾਂ ਨੂੰ ਆਵਰਤਕਾਲ ਦਿੱਤਾ ਹੋਵੇ ਤਾਂ ਆਪਾਂ ਆਵਰਤੀ ਕੱਢ ਸਕਦੇ ਹਾਂ, ਜੇ ਆਪਾਂ ਨੂੰ ਆਵਰਤੀ ਦਿੱਤੀ ਹੋਵੇ ਤਾਂ ਆਪਾਂ ਆਵਰਤਕਾਲ ਕੱਢ ਸਕਦੇ ਹਾਂ। ਕਿਵੇਂ ਕਰਾਂਗੇ, 1/, ਕਰਨਾ ਮਤਲਬ ਉਲਟ ਕਰਨਾ, ਠੀਕ ਹੈ। ਕਲੀਅਰ ਹੈ ਬੇਟਾ। ਆਹ ਦੇਖੋ ਇੱਥੇ ਵੀ ਤੁਹਾਨੂੰ ਦਿਖਾਇਆ ਹੋਇਆ ਦਬਾਓ ਜਾਂ ਘਣਤਾ, ਜਿਹੜੀ ਉੱਪਰਲੇ ਕਰਸਟ ਨੇ ਇਹਨਾਂ ਦੇ, ਇਹ ਵਾਲੇ, ਠੀਕ ਹੈ। ਆਪਾਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਉਚਾਨ ਨੇ, ਇਹਨਾਂ ਦੇ ਵਿਚਕਾਰ ਦੀ ਜਿਹੜੀ ਦੂਰੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ ਵੀ ਲੈਮਡਾ, ਮਤਲਬ ਤਰੰਗ ਲੰਬਾਈ ਬੋਲਦੇ ਹਾਂ ਇਹਨੂੰ ਆਪਾਂ, ਠੀਕ ਹੈ। ਵੇਵ ਲੈਂਥ ਇੰਗਲਿਸ਼ ਦੇ ਵਿੱਚ ਵੇਵ ਲੈਂਥ ਬੋਲਦੇ ਹਾਂ, ਜਾਂ ਆਪਾਂ ਕਹੀਏ ਇਹਨੂੰ ਆਪਾਂ ਤਰੰਗ ਲੰਬਾਈ ਬੋਲਦੇ ਹਾਂ ਵੀ ਕਿੰਨੀ ਹੈ, ਠੀਕ ਹੈ। ਇਹਨਾਂ ਦੇ ਵਿਚਕਾਰ ਦੀ ਦੂਰੀ ਕਿੰਨੀ ਹੈ, ਇੱਥੋਂ ਤੋਂ ਇੱਥੋਂ ਤੱਕ, ਫਿਰ ਇੱਥੋਂ ਤੋਂ ਇੱਥੋਂ ਤੱਕ, ਇਹ ਸਾਰੀ ਹੋ ਗਈ, ਠੀਕ ਹੈ। ਕਲੀਅਰ ਆ ਵੀ। ਇਹ ਕੀ ਹੋ ਗਈ ਆਪਣੀ ਤਰੰਗ ਲੰਬਾਈ। ਇਹ ਜਿਹੜੀ ਡਿਸਟੈਂਸ ਹੈ ਇਹਨੂੰ ਆਪਾਂ ਕੀ ਬੋਲਦੇ ਹਾਂ, ਤਰੰਗ ਲੰਬਾਈ ਬੋਲਦੇ ਹਾਂ, ਠੀਕ ਹੈ। ਆਹ ਉਹੀ ਕ੍ਰਸ਼ ਅਤੇ ਨਿਵਾਣ, ਉਤਾਰ ਅਤੇ ਡੂੰਘ ਮਤਲਬ ਉਚਾਣ ਅਤੇ ਨਿਵਾਣ, ਠੀਕ ਹੈ। ਕਲੀਅਰ। ਅੱਗੇ ਵੀ ਧੁਨੀ ਦਾ ਵੇਗ ਯਾਨੀ ਕਿ ਵੀ, ਆਵਰਤੀ ਐਫ ਅਤੇ ਤਰੰਗ ਲੰਬਾਈ ਲੈਮਡਾ ਦੇ ਵਿਚਕਾਰ ਸੰਬੰਧ। ਬਹੁਤ ਇੰਪੋਰਟੈਂਟ ਫਾਰਮੂਲਾ V=F ਲੈਮਡਾ, ਇਹ ਯਾਦ ਰੱਖਣਾ। ਇਹਦੇ ਬੇਸ 'ਤੇ ਵੀ ਤੁਹਾਨੂੰ ਕੁਐਸਚਨ ਪੁੱਛ ਸਕਦੇ ਨੇ। ਮਤਲਬ ਆਵਰਤੀ ਅਤੇ ਵੇਗ ਤੁਹਾਨੂੰ ਦਿੱਤਾ ਹੋ ਸਕਦਾ, ਤੁਹਾਨੂੰ ਕਹਿ ਦੇਣ ਵੀ ਤਰੰਗ ਲੰਬਾਈ ਕੱਢੋ ਤਾਂ ਤੁਸੀਂ ਇੱਥੋਂ ਕੱਢੋਗੇ V=F ਲੈਮਡਾ। ਇਹਨਾਂ ਦੇ ਵਿਚਕਾਰ ਇਹ ਸੰਬੰਧ ਹੈ, ਤੁਸੀਂ ਯਾਦ ਰੱਖਣਾ, ਆਪਣੀ ਕਾਪੀ 'ਤੇ ਨੋਟ ਕਰ ਲੈਣਾ, ਠੀਕ ਹੈ ਬੇਟਾ। ਨੈਕਸਟ ਕੁਛ ਗੱਲਾਂ ਹੋਰ ਨੇ ਜਿਹੜੀਆਂ ਇੱਥੇ ਮਤਲਬ ਇਹਦੇ ਬਾਰੇ ਇੱਥੇ ਡਿਸਕਸ ਨਹੀਂ ਕੀਤੀਆਂ ਗਈਆਂ, ਮੈਂ ਤੁਹਾਨੂੰ ਕਰ ਦਿੰਦਾ। ਇੱਕ ਹੁੰਦੀ ਹੈ ਧੁਨੀ ਦੀ ਲਾਊਡਨੈਸ, ਇਹਨੂੰ ਆਪਾਂ ਬੋਲਦੇ ਹਾਂ ਵੀ ਪ੍ਰਬਲਤਾ, ਧੁਨੀ ਦੀ ਪ੍ਰਬਲਤਾ ਜਾਂ ਉੱਚਾਪਣ, ਠੀਕ ਹੈ। ਇਹਨੂੰ ਧੁਨੀ ਦੀ ਪ੍ਰਬਲਤਾ ਜਾਂ ਉੱਚਾਪਣ ਆਪਾਂ ਬੋਲਦੇ ਹਾਂ। ਇਹ ਕੀ ਹੁੰਦਾ ਹੈ, ਠੀਕ ਹੈ, ਵੀ ਜਿਹੜੀ ਧੁਨੀ ਪੈਦਾ ਹੋ ਰਹੀ ਹੈ ਉਹ ਕਿੰਨੀ ਕੁ ਉੱਚੀ ਹੈ, ਠੀਕ ਹੈ, ਕਿੰਨੀ ਕੁ ਉੱਚੀ ਹੈ, ਕਿੰਨੀ ਕੁ ਨੀਵੀਂ ਹੈ। ਮਤਲਬ ਮਦਰ ਹੁੰਦੀ ਹੈ ਕਈਆਂ ਦੀ ਆਵਾਜ਼ ਉੱਚੀ ਹੁੰਦੀ ਹੈ, ਠੀਕ ਹੈ, ਉੱਚੀ ਆਵਾਜ਼, ਹੌਲੀ ਅਤੇ ਉੱਚੀ ਆਵਾਜ਼ ਕਿਹਦੇ 'ਤੇ ਡਿਪੈਂਡ ਕਰਦੀ ਹੈ ਵੀ ਇਹ ਐਂਪਲੀਚਿਊਡ 'ਤੇ ਡਿਪੈਂਡ ਕਰਦੀ ਹੈ। ਮਤਲਬ ਆਯਾਮ 'ਤੇ ਇਹ ਡਿਪੈਂਡ ਕਰਦੀ ਹੈ। ਐਂਪਲੀਚਿਊਡ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦਾ। ਐਂਪਲੀਚਿਊਡ ਕੀ ਹੁੰਦਾ, ਜਿਹੜੀ ਇੱਥੋਂ ਤੋਂ ਇੱਥੋਂ ਤੱਕ ਦੂਰੀ ਹੋ ਗਈ, ਦੇਖੋ ਆਹ ਲਿਖੇ ਹੋਇਆ ਇਹ ਕੀ ਹੈ, ਐਂਪਲੀਚਿਊਡ ਹੈ। ਇੱਥੋਂ ਤੋਂ ਇੱਥੋਂ ਤੱਕ ਦੀ ਦੂਰੀ ਹੈ ਜਿਹੜੀ, ਉਹ ਕੀ ਹੈ ਵੀ ਐਂਪਲੀਚਿਊਡ ਹੈ, ਜਾਂ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਬੋਲਦੇ ਹਾਂ ਆਯਾਮ, ਠੀਕ ਹੈ। ਇਹ ਆਯਾਮ 'ਤੇ ਡਿਪੈਂਡ ਕਰਦੀ ਹੈ, ਜਿਹੜੀ ਦੀ ਆਪਾਂ ਉੱਚੇਪਨ ਦੀ ਗੱਲ ਕਰਦੇ ਹਾਂ। ਮਤਲਬ ਜਿੰਨਾ ਆਯਾਮ ਜ਼ਿਆਦਾ ਹੋਏਗਾ ਉਨੀ ਲਾਊਡਨੈਸ ਜਾਂ ਉੱਚਾਪਨ ਜ਼ਿਆਦਾ ਹੋਏਗਾ, ਉਨੀ ਲਾਊਡਨੈਸ ਜ਼ਿਆਦਾ ਹੋਊਗੀ ਜਿੰਨਾ ਐਂਪਲੀਚਿਊਡ ਜ਼ਿਆਦਾ ਹੋਏਗਾ, ਠੀਕ ਹੈ। ਜੇ ਐਂਪਲੀਟਿਊਡ ਜ਼ਿਆਦਾ ਉਨੀ ਲਾਊਡਨੈਸ ਵੀ ਜ਼ਿਆਦਾ, ਠੀਕ ਹੈ। ਇਹ ਜਿਹੜਾ ਲਾਊਡਨੈਸ ਹੈ ਇਹ ਐਂਪਲੀਟਿਊਡ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਠੀਕ ਹੈ। ਲਾਊਡਨੈਸ ਹੈ ਉਹ ਐਂਪਲੀਟਿਊਡ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਠੀਕ ਹੈ। ਮਤਲਬ ਜਿਹੜੀ ਪ੍ਰਬਲਤਾ ਹੈ ਉਹ ਆਯਾਮ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ। ਮਤਲਬ ਜੇ ਆਪਾਂ ਐਂਪਲੀਟਿਊਡ ਨੂੰ ਜਾਂ ਆਯਾਮ ਨੂੰ ਦੁੱਗਣਾ ਕਰ ਦਈਏ ਤਾਂ ਜਿਹੜੀ ਆਪਣੀ ਲਾਊਡਨੈਸ ਆ ਉਹ ਕਿੰਨੇ ਗੁਣਾ ਹੋ ਜੂ ਬੇਟਾ, 4 ਗੁਣਾ ਹੋ ਜੂਗੀ, ਠੀਕ ਹੈ। ਜੇ ਐਂਪਲੀਟਿਊਡ ਨੂੰ ਆਪਾਂ ਦੁੱਗਣਾ ਕਰ ਦਾਂਗੇ ਤਾਂ ਆਪਣੀ ਲਾਊਡਨੈਸ ਜਾਂ ਉੱਚਾਪਣ ਕਿੰਨੇ ਗੁਣਾ ਹੋ ਜੂਗਾ, 4 ਗੁਣਾ, ਠੀਕ ਹੈ। ਇਹਨੂੰ ਐਕਸਪ੍ਰੈਸ ਕੀਤਾ ਜਾਂਦਾ ਡੈਸੀਬਲ ਦੇ ਵਿੱਚ। ਇਹਦੀ ਇਕਾਈ ਕੀ ਹੈ ਵੀ ਡੈਸੀਬਲ, ਯਾਦ ਰੱਖਣੀ ਹੈ। ਧੁਨੀ ਦਾ ਉੱਚਾਪਣ, ਠੀਕ ਹੈ, ਜਾਂ ਪ੍ਰਬਲਤਾ ਜਾਂ ਲਾਊਡਨੈਸ, ਇਹਨੂੰ ਕਾਹਦੇ ਵਿੱਚ ਮਾਪਦੇ ਹਾਂ ਬੇਟਾ, ਆਪਾਂ ਡੈਸੀਬਲ ਦੇ ਵਿੱਚ ਮਾਪਦੇ ਹਾਂ, ਠੀਕ ਹੈ। ਜਿਨ੍ਹਾਂ ਆਵਾਜ਼ਾਂ ਨੂੰ ਅਸੀਂ ਸ਼ੋਰ ਕਹਿੰਦੇ ਹਾਂ ਵੀ ਸ਼ੋਰ ਹੋਣ ਲੱਗ ਗਿਆ, ਠੀਕ ਹੈ, ਉਹਨਾਂ ਦਾ ਉੱਚਾਪਣ ਹੈ, ਉਹਨਾਂ ਦੀ ਜਿਹੜੀ ਲਾਊਡਨੈਸ ਹੈ ਜਾਂ ਉਹਨਾਂ ਦਾ ਉੱਚਾਪਣ ਹੈ ਉਹ 80 ਡੈਸੀਬਲ ਤੋਂ ਵੱਧ ਹੁੰਦਾ ਹੈ, ਠੀਕ ਹੈ। ਜਿਹਨੂੰ ਆਪਾਂ ਕੀ ਕਹਿੰਦੇ ਹਾਂ ਵੀ ਸ਼ੋਰ ਹੋਣ ਲੱਗ ਗਿਆ, ਠੀਕ ਹੈ। ਉਹ ਸ਼ੋਰ ਲੱਗਣ ਲੱਗ ਜਾਂਦਾ ਆਪਾਂ ਨੂੰ, ਵੀ ਆਪਾਂ ਨੂੰ ਇਰੀਟੇਟ ਹੋਣ ਲੱਗ ਜਾਂਦੇ ਆਪਾਂ, ਉਹਨੂੰ ਆਪਾਂ ਸ਼ੋਰ ਬੋਲਦੇ ਹਾਂ। ਜਿਨ੍ਹਾਂ ਦੀ ਲਾਊਡਨੈਸ 80 ਡੈਸੀਬਲ ਤੋਂ ਵੱਧ ਹੁੰਦੀ ਹੈ, ਠੀਕ ਹੈ। ਉਹ ਧੁਨੀਆਂ ਕੀ ਅਖਵਾਉਂਦੀਆਂ ਨੇ, ਸ਼ੋਰ, ਠੀਕ ਹੈ। ਨੋਰਮਲ ਆਪਾਂ ਬਰੀਦਿੰਗ ਕਰਦੇ ਹਾਂ, ਨੋਰਮਲ ਬਰੀਦਿੰਗ ਮਤਲਬ ਆਪਾਂ ਜਿਹੜਾ ਆਮ ਸਾਹ ਦੌਰਾਨ ਆਵਾਜ਼ ਜਿਹੜੀ ਪੈਦਾ ਹੁੰਦੀ ਹੈ ਬਰੀਦਿੰਗ, ਠੀਕ ਹੈ, ਉਹਦੀ ਜਿਹੜੀ ਲਾਊਡਨੈਸ ਹੁੰਦੀ ਆ ਉਹ 10 ਡੈਸੀਬਲ ਹੁੰਦੀ ਹੈ, ਠੀਕ ਹੈ।
नॉर्मल ब्रीदिंग की जिहड़ी लाउडनैस है प्रबलता है वो कितनी हुंदी है बेटा 10 डेसीबल हुंदी है। जिहड़ी आपां आम गलबात करते हैं दो जने बैठ के गलबात करते हैं उन्हां दी जिहड़ी प्रबलता वो कितनी हुंदी है 60 डेसीबल हुंदी है। ठीक है, ये तुसीं नोट करनियां ने गल्लां। ठीक है बेटा, ये सीगी प्रबलता लाउडनैस। ठीक है, किहदे ते डिपेंड करदी है आयाम ते डिपेंड करदी है एंपलीट्यूड ते डिपेंड करदी है। ठीक है बेटा, अगे हैगा अपने कोल एक होर अपने कोल टॉपिक है जिहड़ा इहदे विच नहीं कीता गया, पिच ऑफ साइन। पिच की हुंदी है पिच ऑफ साउंड, ये तुसीं लिख लेना। ठीक है, इनू आपां तीखणता बोलते हैं या तिखापन बोल दिंदे हैं भी कोई धुनी है जिहड़ी किन्नी क तिखी है। ठीक है, इनू आपां की बोलते हैं धुनी का तिखापन। पिच ऑफ साउंड ये किहदे ते डिपेंड करदी है, ये आवर्ती ते डिपेंड करदी है। तरंग आ जिहड़ी ठीक है तरंग की आवर्ती ते डिपेंड करदी है, ये फ्रीकुएंसी ते डिपेंड करदी है। आवर्ती मतलब फ्रीकुएंसी ते डिपेंड करदी है। जिन्नी फ्रीकुएंसी ज़्यादा होएगी उन्नी आवाज़ आ जिहड़ी होगी आ तिखी होएगी, उन्नी पिच उहदी ज़्यादा होएगी। ठीक है, उहदी हाई पिच होऊगी, जे आवर्ती ज़्यादा है तो पिच की होगी भी हाई पिच, मतलब ज़्यादा तिखी आवाज़ होएगी। ठीक है, तो एवें जिहदी फ्रीकुएंसी है जिहदी आवर्ती है जिहड़ी वो घट होऊगी। ठीक है, उहदी पिच की होऊगी लो होऊगी, वो घट तिखी आवाज़ होऊगी। ठीक है, जिवें आपां एग्जाम्पल दे के समझाउणा तुहानूं, जिहड़े पंछी ने उन्हां दी जिहड़ी पिच आ वो ज़्यादा हुंदी है तो वो तिखी धुनी पैदा करते हैं। तिखी धुनी हुंदी है जो पंछी चहचहाउंदे ने ना, किन्नी तिखी हुंदी है। तो जिहड़ा शेर है उहदी आवाज़ की जिहड़ी गरज हुंदी है उहदी लो पिच हुंदी है। ठीक है, तो वो एड्डी तिखी धुनी है जिहड़ी शेर की गरज वाली नहीं हुंदी, जिहड़ी पंछियां वाली हुंदी है वो ज़्यादा तिखी हुंदी है। ठीक है, क्योंकि उन्हां विच फ्रीकुएंसी ज़्यादा हुंदी है। ठीक है, आवर्ती ज़्यादा हुंदी है। सिमिलरली आपां गल करिए औरतां दी आवाज़ मर्दां दे आवाज़ के मुकाबले ज़्यादा तिखी हुंदी है, क्योंकि जिहड़ी औरतां दी आवाज़ आ उन्हां दी फ्रीकुएंसी उन्हां दी आवर्ती है जिहड़ी वो ज़्यादा हुंदी है, हाई पिच हुंदी है। ठीक है, तो मर्दां दी आवर्ती जिहड़ी घट हुंदी है तो उन्हां दी लो पिच हुंदी है, उस करके औरतां दी आवाज़ आ जिहड़ी वो ज़्यादा तिखी हुंदी है। ठीक है बेटा, एक अपने कोल टर्म आउंदी है इंटेंसिटी ऑफ साउंड। इंटेंसिटी ऑफ साउंड ये भी की हुंदा भी, ये भी मतलब डिस्टेंस दे नाल फर्क पैंदा है। अपने कोल आवाज़ किन्नी जल्दी आ रही है, किन्ना टाइम आपां लग रहा है, उन्होंने आप इंटेंसिटी बोलते हैं। पावर कैरिड बाय साउंड पर यूनिट एरिया। ठीक है, खेत्रफल दे प्रति इकाई खेत्रफल दे विच किन्नी पावर आ जिहड़ी साउंड लैके आ रही है अपने कोल धुनी। ठीक है, किन्नी मतलब किन्नी धुनी अपने कोल पहुँच रही है, उन्होंने आपां की बोलते हैं इंटेंसिटी। ठीक है, यदि कई बार यूनिट पुछ लेंदे ने, ये लिख लो तुसीं वेबर पर मीटर स्क्वायर। वेबर पर मीटर स्क्वायर। ठीक है, ये पूछ लेंदे हैं वेबर पर मीटर स्क्वायर, ये यूनिट है इंटेंसिटी ऑफ साउंड की। ठीक है, मतलब जो आप जिन्नी कोई ज़्यादा दूर खड़ा है ठीक है उहदे कोल उन्नी घट पहुँचूगी वो। ठीक है, तो जे कोई नेड़े खड़ा है ठीक है उहदे कोल जल्दी पहुँच जूगी। ठीक है, इंटेंसिटी उहदे कोल ज़्यादा सुनूगा उन्होंने। ठीक है ना, वो एरिए ते डिपेंड करती है, एरिए के इनवर्सली एरिया जो ज़्यादा होगा तो घट सुनूगी, जे एरिया घट होगा तो ज़्यादा सुनूगी। ठीक है बेटा, होर अपने को है अगे टॉपिक आप देखते हैं धुनी की चाल। बहुत इंपॉर्टेंट है ये टॉपिक। धुनी की चाल किस ते डिपेंड करती है। धुनी की चाल मुख्य रूप में माध्यम की प्रकृति और सुभाਅ प्रकृति जां सुभाਅ ते निर्भर करती है। माध्यम किहड़ा है उहदे विच धुनी की चाल आ जिहड़ी वख-वख माध्यम विच धुनी की चाल आ जिहड़ी ओह वख-वख हुंदी है। जे आपां ठोस द्रव ते गैस की गल करिए सब तो ज़्यादा धुनी की चाल ठोसां विच हुंदी है। ठीक है, ठोसां विच धुनी की चाल द्रव और गैस के मुकाबले ज़्यादा हुंदी है। बहुत इंपॉर्टेंट लाइन है बेटा ये। ठोसां विच सॉलिड दे विच धुनी की चाल है वेलोसिटी ऑफ साउंड इन सॉलिड इज़ लार्जर दैन लिक्विड एंड गैसेस। धुनी की चाल ठोसां विच द्रव और गैस के मुकाबले ज़्यादा हुंदी है। ठोसां दे विचों भी जे आपां गल करिए एलूमीनीयम विच धुनी की चाल सब तो वध हुंदी है। कितनी हुंदी है बेटा 6420 मीटर पर सैकेंड एट 25 डिग्री सैल्सीयस टैंपरेचर ते। जो आप 25 डिग्री सैल्सीयस टैंपरेचर ते मापते हैं
ਤਾਂ ਐਲੂਮੀਨੀਅਮ ਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ 6420 ਮੀਟਰ ਪਰ ਸੈਕਿੰਡ। ਠੀਕ ਹੈ। ਇਸ ਤੋਂ ਇਲਾਵਾ ਸਟੀਲ ਦੇ ਵਿੱਚ ਵੀ ਜ਼ਿਆਦਾ ਹੁੰਦੀ ਹੈ। ਠੀਕ ਹੈ। ਅਤੇ ਜੇ ਆਪਾਂ ਲੋਹੇ ਵਿੱਚ ਧੂਣੀ ਦੀ ਚਾਲ ਦੀ ਗੱਲ ਕਰੀਏ 5950 ਮੀਟਰ ਪਰ ਸੈਕਿੰਡ ਹੁੰਦੀ ਹੈ ਲੋਹੇ ਵਿੱਚ ਧੂਣੀ ਦੀ ਚਾਲ। ਠੀਕ ਹੈ। ਦਰਾਵਾਂ ਦੇ ਵਿੱਚ ਸਭ ਤੋਂ ਵੱਧ ਸਮੁੰਦਰੀ ਪਾਣੀ ਵਿੱਚ ਹੁੰਦੀ ਹੈ ਧੂਣੀ ਦੀ ਚਾਲ 1531 ਮੀਟਰ ਪਰ ਸੈਕਿੰਡ। ਇਹ ਦਰਾਵਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ। ਠੀਕ ਹੈ। ਸਭ ਤੋਂ ਵੱਧ ਤਾਂ ਗੈਸ ਠੋਸਾਂ ਦੇ ਵਿੱਚ ਹੀ ਆ, ਪਰ ਜੇ ਆਪਾਂ ਦਰਾਵਾਂ ਦੇ ਵਿੱਚੋਂ ਗੱਲ ਕਰੀਏ ਤਾਂ ਸਭ ਤੋਂ ਵੱਧ ਧੂਣੀ ਦੀ ਚਾਲ ਸਮੁੰਦਰੀ ਪਾਣੀ ਦੇ ਵਿੱਚ ਹੁੰਦੀ ਹੈ। ਠੀਕ ਹੈ ਵੀ। ਐਵੇਂ ਆਪਾਂ ਜੇ ਗੈਸਾਂ ਵਿੱਚ ਗੱਲ ਕਰੀਏ ਤਾਂ ਹਾਈਡਰੋਜਨ ਵਿੱਚ ਧੂਣੀ ਦੀ ਚਾਲ ਸਭ ਤੋਂ ਜ਼ਿਆਦਾ ਹੁੰਦੀ ਆ 1284 ਮੀਟਰ ਪਰ ਸੈਕਿੰਡ। ਗੈਸਾਂ ਵਿੱਚ ਸਭ ਤੋਂ ਵੱਧ ਚਾਲ ਆ ਜਿਹੜਾ ਧੂਣੀ ਦੀ ਉਹ ਹਾਈਡਰੋਜਨ ਦੇ ਵਿੱਚ ਹੁੰਦੀ ਹੈ। ਆਮ ਹਵਾ, ਨੋਰਮਲ ਹਵਾ ਜਿੱਥੇ ਆਪਾਂ ਮਤਲਬ ਰਹਿੰਦੇ ਹਾਂ, ਇਹਦੇ ਵਿੱਚ ਧੂਣੀ ਦੀ ਚਾਲ ਲਗਭਗ 346 ਮੀਟਰ ਪਰ ਸੈਕਿੰਡ ਹੁੰਦੀ ਹੈ 25 ਡਿਗਰੀ ਸੈਲਸੀਅਸ 'ਤੇ। ਠੀਕ ਹੈ। ਕਈ ਵਾਰੀ ਆਪਾਂ ਨੂੰ ਬੁੱਕਸ ਦਿੱਤਾ ਹੁੰਦਾ 344 ਮੀਟਰ ਪਰ ਸੈਕਿੰਡ, ਪਰ ਉਹ ਟੈਂਪਰੇਚਰ ਕੀ ਦਿੱਤਾ ਹੁੰਦਾ ਵੀ ਐਟ 22 ਡਿਗਰੀ ਸੈਲਸੀਅਸ। 22 ਡਿਗਰੀ ਸੈਲਸੀਅਸ 'ਤੇ 344 ਮੀਟਰ ਪਰ ਸੈਕਿੰਡ ਧੂਣੀ ਦੀ ਚਾਲ ਆ ਜਿਹੜੀ ਆਮ ਲਈ ਜਾਂਦੀ ਹੈ। ਠੀਕ ਹੈ ਬੇਟਾ, ਤੁਸੀਂ ਯਾਦ ਰੱਖਣਾ। ਮੋਸਟ ਇੰਪੋਰਟੈਂਟ ਪੁਆਇੰਟ, ਧੂਣੀ ਦੀ ਚਾਲ ਤਾਪਮਾਨ ਵਧਣ ਦੇ ਨਾਲ ਵੱਧਦੀ ਹੈ। ਜੇ ਤਾਪਮਾਨ ਵਧੂਗਾ ਧੂਣੀ ਦੀ ਚਾਲ ਆ ਜਿਹੜੀ ਉਹ ਵਧੇਗੀ। ਠੀਕ ਹੈ। ਨਹੀਂ ਆਪਾਂ ਦੇਖਦੇ ਨੇ ਸਰਦੀਆਂ ਵਿੱਚ ਆਵਾਜ਼ ਆ ਜਿਹੜੀ ਉਹ ਜ਼ਿਆਦਾ ਕਲੀਅਰ ਨਹੀਂ ਪਹੁੰਚਦੀ। ਠੀਕ ਹੈ। ਛੇਤੀ ਨਹੀਂ ਪਹੁੰਚਦੀ, ਪਰ ਗਰਮੀਆਂ ਦੇ ਵਿੱਚ ਆ ਜਿਹੜੀ ਉਹ ਟੈਂਪਰੇਚਰ ਜ਼ਿਆਦਾ ਹੋਣ ਕਾਰਨ ਆਵਾਜ਼ ਆ ਜਿਹੜੀ ਕਲੀਅਰ ਪਹੁੰਚਦੀ ਹੈ, ਜਲਦੀ ਪਹੁੰਚਦੀ ਹੈ। ਠੀਕ ਹੈ। ਇੱਕ ਹੁੰਦੀ ਆ ਵੀ ਗੂੰਜ, ਜਿਹੜਾ ਕਮਰਾ ਬੰਦ ਜਿਹਾ ਹੋਵੇ, ਆਪਾਂ ਕੁਛ ਬੋਲਦੇ ਹਾਂ, ਆਪਾਂ ਨੂੰ ਕਾਫੀ ਸਮਾਂ ਉਹ ਸੁਣਦਾ ਰਹਿੰਦਾ। ਠੀਕ ਹੈ। ਉਹ ਕਾਹਦੇ ਕਰਕੇ ਹੁੰਦਾ ਵੀ ਪਰਿਵਰਤਨ ਕਰਕੇ ਹੁੰਦਾ। ਠੀਕ ਹੈ। ਪਰਿਵਰਤਨ ਹੁੰਦਾ ਮਤਲਬ ਕੋਈ ਜਿਹੜਾ ਆਪਾਂ ਬੋਲਿਆ ਉਹਦਾ ਅੱਗੇ ਦੁਬਾਰਾ ਨਾਲ ਪਰਿਵਰਤਨ ਹੁੰਦਾ ਤਾਂ ਆਪਾਂ ਨੂੰ ਉਹ ਵਾਰ-ਵਾਰ ਸੁਣਦਾ, ਉਹਨੂੰ ਆਪਾਂ ਗੂੰਜ ਬੋਲਦੇ ਹਾਂ। ਕੀ ਹੁੰਦਾ ਵੀ ਇੰਪੋਰਟੈਂਟ ਹੈ ਵੀ ਸਪਸ਼ਟ ਗੂੰਜ ਸੁਣਨ ਲਈ ਮੂਲ ਧੁਨੀ ਅਤੇ ਪਰਿਵਰਤਿਤ ਧੁਨੀ, ਜਿਹੜੀ ਮੂਲ ਧੁਨੀ ਜਿਹੜੀ ਪਹਿਲਾਂ ਬੋਲੀ ਗਈ ਜਾਂ ਛੱਡੀ ਗਈ, ਪਰਿਵਰਤਿਤ ਧੁਨੀ ਜਿਹੜੀ ਮੁੜ ਕੇ ਆ ਰਹੀ ਹੈ। ਠੀਕ ਹੈ। ਧੁਨੀ ਵਿਚਕਾਰ 0.1 ਸੈਕਿੰਡ ਦਾ ਸਮਾਂ ਅੰਤਰ ਹੋਣਾ ਚਾਹੀਦਾ ਹੈ। 0.1 ਸੈਕਿੰਡ ਦਾ ਸਮਾਂ ਅੰਤਰ ਹੋਣਾ ਚਾਹੀਦਾ ਹੈ। ਧੁਨੀ ਦੇ ਸਰੋਤ ਅਤੇ ਸਰੋਤੇ ਜਿਹੜਾ ਧੁਨੀ ਨੂੰ ਸੁਣ ਰਿਹਾ ਹੈ ਉਹਨਾਂ ਦੇ ਵਿਚਕਾਰ ਮਿਨੀਮਮ ਦੂਰੀ ਲਗਭਗ 17.2 ਮੀਟਰ ਹੋਣੀ ਚਾਹੀਦੀ ਹੈ ਜੇ ਸਪਸ਼ਟ ਗੂੰਜ ਨੂੰ ਸੁਣਨਾ। ਠੀਕ ਹੈ। ਟਾਈਮ ਅੰਤਰ ਕਿੰਨਾ ਹੋਣਾ ਚਾਹੀਦਾ ਬੇਟਾ 0.1 ਸੈਕਿੰਡ ਦਾ, ਅਤੇ ਦੂਰੀ ਕਿੰਨੀ ਹੋਣੀ ਚਾਹੀਦੀ ਹੈ 17.2 ਮੀਟਰ ਦੀ ਹੋਣੀ ਚਾਹੀਦੀ ਹੈ। ਠੀਕ ਹੈ। ਮੋਸਟ ਇੰਪੋਰਟੈਂਟ ਪੁਆਇੰਟਸ ਆ ਗਏ ਅੱਗੇ। ਮਨੁੱਖਾਂ ਲਈ ਸੁਣਨਯੋਗ ਧੁਨੀ ਦੀ ਆਵਰਤੀ ਸੀਮਾ ਲਗਭਗ 20 ਹਰਟ ਤੋਂ 20,000 ਹਰਟ ਤੱਕ ਹੁੰਦੀ ਹੈ। ਆਵਰਤੀ ਸੀਮਾ ਮਤਲਬ ਫ੍ਰੀਕੁਐਂਸੀ ਰੇਂਜ ਆ ਜਿਹੜਾ ਮਨੁੱਖੀ ਕੰਨ ਸੁਣ ਸਕਦਾ ਜਾਂ ਮਨੁੱਖ ਸੁਣ ਸਕਦੇ ਨੇ, ਉਹਨਾਂ ਦੀ ਆਵਰਤੀ ਰੇਂਜ ਕੀ ਆ ਵੀ 20 ਹਰਟ ਤੋਂ 20,000 ਹਰਟਸ। ਇਹਨੂੰ ਆਪਾਂ ਔਡੀਬਲ ਰੇਂਜ ਵੀ ਬੋਲਦੇ ਹਾਂ ਮਨੁੱਖਾਂ ਲਈ। ਠੀਕ ਹੈ। ਔਡੀਬਲ ਰੇਂਜ ਆਫ ਫ੍ਰੀਕੁਐਂਸੀ ਫॉर ਹਿਊਮਨਸ 20 ਹਰਟ ਤੋਂ 20,000 ਹਰਟ ਤੱਕ ਹੁੰਦੀ ਹੈ। 20 ਹਰਟ ਤੋਂ ਘੱਟ ਵਾਲੀਆਂ ਧੁਨੀਆਂ ਨੂੰ ਮਨੁੱਖ ਨਹੀਂ ਸੁਣ ਸਕਦਾ। 20,000 ਹਰਟ ਤੋਂ ਜ਼ਿਆਦਾ ਵਾਲੀਆਂ ਧੁਨੀਆਂ ਨੂੰ ਮਨੁੱਖ ਨਹੀਂ ਸੁਣ ਸਕਦਾ। ਠੀਕ ਹੈ ਬੇਟਾ। 20 ਹਰਟ ਤੋਂ ਘੱਟ ਆਵਰਤੀ ਵਾਲੀਆਂ ਧੁਨੀਆਂ ਨੂੰ ਨੀਮ ਧੁਨੀ ਕਿਹਾ ਜਾਂਦਾ। ਇਨਫਰਾਸੋਨਿਕ ਵੇਵਜ਼ ਨੇ, ਇਹਨਾਂ ਨੂੰ ਮਨੁੱਖ ਨਹੀਂ ਸੁਣ ਸਕਦਾ। ਸਿਮਿਲਰਲੀ ਜਿਹੜੀਆਂ 20,000 ਹਰਟ ਤੋਂ ਵੱਧ ਨੇ, ਇੱਥੇ ਥੋੜ੍ਹੀ ਜਿਹੀ ਕੇ ਰਹਿ ਗਈ ਪਾਉਣ ਵਾਲੀ, 20 ਕੇ ਹਰਟ ਲਿਖਣਾ ਸੀ, ਮਤਲਬ 20,000 ਹਰਟ ਤੋਂ ਵੱਧ ਆਵਰਤੀ ਵਾਲੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਪ੍ਰਸਰਵਣ ਧੁਨੀਆਂ ਬੋਲਿਆ ਜਾਂਦਾ। ਅਲਟਰਾਸੋਨਿਕ ਵੇਵਜ਼ ਜਾਂ ਅਲਟਰਾਸਾਊਂਡ ਬੋਲਿਆ ਜਾਂਦਾ। ਠੀਕ ਹੈ। ਠੀਕ ਹੈ ਬੇਟਾ। ਅਲਟਰਾਸੋਨਿਕ ਵੇਵਜ਼ ਨੇ ਜਿਹੜੀਆਂ ਅਲਟਰਾਸਾਊਂਡ ਤਰੰਗਾਂ ਨੇ, ਇਹਨਾਂ ਦੀ ਆਮ ਮੈਡੀਕਲ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਫਸਟ ਜਿਹੜੀ ਇਹਦੀ ਮਹੱਤਤਾ ਹੈ, ਪ੍ਰਸਰਵਣ ਧੁਨੀ ਤਰੰਗਾਂ ਨੂੰ ਅਲਟਰਾਸਾਊਂਡ ਤਰੰਗਾਂ ਨੂੰ ਅਲਟਰਾਸੋਨਿਕ ਵੇਵਜ਼ ਨੂੰ ਇਕੋਕਾਰਡੀਓਗ੍ਰਾਫੀ ਯਾਨੀ ਕਿ ECG ਵਿੱਚ ਵਰਤਿਆ ਜਾਂਦਾ। ਕੀ ਹੁੰਦੀ ਹੈ ਵੀ ਇਕੋਕਾਰਡੀਓਗ੍ਰਾਫੀ ਕੀ ਹੁੰਦਾ, ਜਿਹੜਾ ਉਹ ਦਿਲ ਦਾ ਗ੍ਰਾਫ ਜਿਹਾ ਬਣਾਉਂਦੇ ਹੁੰਦੇ ਨਾ, ਦਿਲ ਦੀ ਧੜਕਣ ਦਾ ਗ੍ਰਾਫ ਜਿਹਾ ਨਹੀਂ ਬਣਾਉਂਦੇ ਹੁੰਦੇ ਐਂ ਜੇ ਕਰਕੇ, ਹੈ ਨਾ, ਇਹ ਵਾਲਾ ਉਹ ਦਿਲ ਦੀ ਧੜਕਣ ਨੂੰ ਮਾਪਦਾ ਮਤਲਬ। ਠੀਕ ਹੈ। ਦਿਲ ਦੀ ਧੜਕਣ ਵੱਧ ਰਹੀ ਹੈ, ਘਟ ਰਹੀ ਹੈ। ਠੀਕ ਹੈ। ਇਹ ਇਲੈਕਟ੍ਰੋਕਾਰਡੀਓਗ੍ਰਾਫੀ ਬੋਲਦੇ ਨੇ। ਹੋਰ ਵੀ ਜਿਹਨੂੰ ਤੁਸੀਂ ਅਲਟਰਾਸਾਊਂਡ ਕਹਿੰਦੇ ਹੋ ਹੈ ਨਾ, ਕਿਸੇ ਵੀ ਜਿਹੜਾ ਵੀ ਕੋਈ ਪਾਰਟ ਹੈ, ਠੀਕ ਹੈ, ਉਹਦਾ ਪ੍ਰਤੀਬਿੰਬ ਬਣਾਉਣ ਲਈ, ਮਤਲਬ ਸਰੀਰ ਦਾ ਅੰਦਰਲਾ ਕੋਈ ਵੀ ਪਾਰਟ ਆ ਜਿਵੇਂ ਕਿ ਜਿਗਰ, ਪਿੱਤਾ, ਗੁਰਦੇ, ਠੀਕ ਹੈ, ਉਹਨਾਂ ਦੇ ਵਿੱਚ ਜੇ ਰਸੌਲੀ ਦੇਖਣੀ ਹੁੰਦੀ ਹੈ ਤਾਂ ਉਹ ਅਲਟਰਾਸਾਊਂਡ ਮਤਲਬ ਪ੍ਰਸਰਵਣ ਧੁਨੀ ਤਰੰਗਾਂ ਦੀ ਵਰਤੋਂ ਕਰਦੇ ਨੇ। ਉਹ ਉਹਨਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ। ਠੀਕ ਹੈ। ਤਾਂ ਕਿ ਪਤਾ ਲੱਗ ਜਾਂਦਾ ਵੀ ਜਿਹੜੀ ਉਹ ਰਸੌਲੀ ਜਾਂ ਕੋਈ ਵੀ ਚੀਜ਼ ਆ ਉੱਥੇ ਉਹ ਕਿੱਡੀ ਕੁ ਵੱਡੀ ਆ ਜਾਂ ਛੋਟੀ ਆ। ਠੀਕ ਹੈ। ਇਹ ਜਿਹੜਾ ਹੁੰਦਾ ਇਹ ਕਿਹਦੇ ਨਾਲ ਹੁੰਦਾ ਵੀ ਅਲਟਰਾਸੋਨਿਕ ਵੇਵਜ਼ ਨਾਲ ਹੁੰਦਾ, ਪ੍ਰਸਰਵਣ ਧੁਨੀ ਤਰੰਗਾਂ ਨਾਲ ਹੁੰਦਾ। ਠੀਕ ਹੈ। ਇਹ ਜਿਹੜੀਆਂ ਪ੍ਰਸਰਵਣ ਧੁਨੀ ਤਰੰਗਾਂ ਨੇ, ਜਦੋਂ ਆਪਾਂ ਦਿਲ ਦੀ ਗੱਲ ਕਰ ਰਹੇ ਹਾਂ,
ਕਾਰਡੀਓਗ੍ਰਾਫੀ ਦੀ। ਇਹ ਦਿਲ ਦੇ ਵੱਖ-ਵੱਖ ਭਾਗਾਂ ਤੋਂ ਪ੍ਰਵਰਤਿਤ ਹੋ ਕੇ ਦਿਲ ਦਾ ਪ੍ਰਤੀਬਿੰਬ ਬਣਾਉਂਦੀਆਂ ਨੇ। ਠੀਕ ਹੈ, ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਦਿਲ ਦੀ ਧੜਕਣ ਦਾ ਸਾਰਾ ਗ੍ਰਾਫ ਬਣ ਜਾਂਦਾ, ਇਲੈਕਟ੍ਰੋਕਾਰਡੀਓਗ੍ਰਾਫ ਬੋਲਦੇ ਆ ਉਹਨੂੰ। ਠੀਕ ਹੈ, ਇਹਨੂੰ ਅਲਟਰਾਸੋਨੋਗ੍ਰਾਫੀ ਦੇ ਵਿੱਚ ਵੀ ਵਰਤਿਆ ਜਾਂਦਾ ਪ੍ਰਸਰਵਣ ਧੁਨੀਆਂ ਨੂੰ। ਅਲਟਰਾਸੋਨੋਗ੍ਰਾਫੀ ਕੀ ਹੁੰਦੀ ਹੈ ਬੇਟਾ, ਉਹਦੇ ਵਿੱਚ ਵਰਤਿਆ ਜਾਂਦਾ ਇਹਨੂੰ। ਅਲਟਰਾਸੋਨੋਗ੍ਰਾਫੀ ਹੁੰਦੀ ਹੈ ਜਿਹੜੀ, ਇਹਦੀ ਵਰਤੋਂ ਕੀਤੀ ਜਾਂਦੀ ਹੈ ਗਰਭ ਅਵਸਥਾ ਵਿੱਚ ਪ੍ਰੈਗਨੈਂਸੀ ਦੇ ਵਿੱਚ ਭਰੂਣ ਦੀ ਜਾਂਚ ਕਰਨ ਲਈ, ਅਤੇ ਉਸਦਾ ਜਨਮਜਾਤ ਵੀ ਕੋਈ ਉਹਦੇ ਵਿੱਚ ਨੁਕਸ ਤਾਂ ਨਹੀਂ ਉਹਨੂੰ ਦੇਖਣ ਲਈ, ਅਤੇ ਉਸਦੇ ਵਿਕਾਸ ਦੇ ਵਿੱਚ ਕੀ ਘਾਟ ਆ ਰਹੀ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਕਰਨ ਲਈ। ਠੀਕ ਹੈ, ਉਹਦੀ ਇਮੇਜ ਆ ਜਿਹੜਾ ਉਹਦਾ ਪਰਿਵਰਤਨ ਕਰਕੇ ਅਲਟਰਾਸੋਨਿਕ ਤਰੰਗਾਂ ਨਾਲ ਜਿਹੜੀ ਉਹਦਾ ਪਰਿਵਰਤਨ ਕਰਕੇ ਇਮੇਜ ਬਣਦੀ ਹੈ ਜਿਹੜੀ ਉਹਦੇ ਕੰਪਿਊਟਰ 'ਚ। ਠੀਕ ਹੈ, ਉਹ ਅਲਟਰਾਸੋਨੋਗ੍ਰਾਫੀ ਦੇ ਵਿੱਚ ਆਉਂਦਾ ਹੈ। ਠੀਕ ਹੈ, ਉਹਨਾਂ ਦੇ ਜਿਹੜੇ ਨੁਕਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਕਿ। ਠੀਕ ਹੈ ਬੇਟਾ, ਨੈਕਸਟ ਆਪਣਾ ਇੰਪੋਰਟੈਂਟ ਟੋਪਿਕ ਹੈਗਾ ਸੋਨਾਰ। ਕੀ ਨਾਮ ਹੈ ਇਹਦਾ ਜੀ, ਫੁੱਲ ਫਾਰਮ ਵੀ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਠੀਕ ਹੈ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਇਹ ਇੱਕ ਅਜਿਹਾ ਯੰਤਰ ਹੈ ਜਿਸ ਵਿੱਚ ਪਾਣੀ ਅੰਦਰ ਪਈਆਂ ਵਸਤੂਆਂ ਦੀ ਦੂਰੀ, ਠੀਕ ਹੈ, ਜਿਸ ਨਾਲ ਪਾਣੀ ਵਿੱਚ ਪਈਆਂ ਅੰਦਰ ਜਿਹੜੀਆਂ ਪਾਣੀ ਦੇ ਵਿੱਚ ਪਈਆਂ ਡੂੰਘੀਆਂ ਵਸਤੂਆਂ ਦੀ ਦੂਰੀ, ਦਿਸ਼ਾ ਅਤੇ ਚਾਲ ਮਾਪਣ ਲਈ ਪ੍ਰਸਰਵਣ ਧੁਨੀ ਤਰੰਗਾਂ ਦਾ ਉਪਯੋਗ ਕੀਤਾ ਜਾਂਦਾ। ਕਲੀਅਰ ਹੈ ਬੇਟਾ, ਸੋਨਾਰ ਕੀ ਕਾਹਦੇ ਵਾਸਤੇ, ਵੀ ਪਾਣੀ ਅੰਦਰ ਡੂੰਘਾਈ ਦੇ ਵਿੱਚ ਕੋਈ ਚੀਜ਼ ਪਈ ਹੈ, ਕਿਸ ਦਿਸ਼ਾ ਵਿੱਚ ਪਈ ਹੈ ਜਾਂ ਕਿੰਨੀ ਦੂਰ ਉਹ ਜਾ ਰਹੀ ਹੈ। ਠੀਕ ਹੈ, ਕਿੱਥੇ ਪਈ ਹੈ, ਦਿਸ਼ਾ ਕਿਹੜੀ ਹੈ, ਉਹਦੀ ਚਾਲ ਮਾਪਣ ਲਈ, ਉਹ ਸਾਰੀਆਂ ਚੀਜ਼ਾਂ ਨੂੰ ਮਾਪਣ ਲਈ ਪ੍ਰਸਰਵਣ ਧੁਨੀ ਤਰੰਗਾਂ ਦਾ ਉਪਯੋਗ ਸੋਨਾਰ ਦੇ ਵਿੱਚ ਕੀਤਾ ਜਾਂਦਾ। ਲੜਾਈ ਦੌਰਾਨ ਪਣਡੁੱਬੀਆਂ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਬੇਟਾ, ਨੇਵੀ ਵਾਲੇ ਜ਼ਿਆਦਾਤਰ ਇਹਦੀ ਵਰਤੋਂ ਕਰਦੇ ਨੇ। ਠੀਕ ਹੈ, ਅੱਗੋਂ ਇੰਪੋਰਟੈਂਟ ਪੁਆਇੰਟ, ਮੰਨ ਲਓ ਪ੍ਰਸਰਵਣ ਧੁਨੀ ਸੰਕੇਤ ਭੇਜਣ ਅਤੇ ਵਾਪਸ ਪ੍ਰਾਪਤ ਕਰਨ ਦਾ ਸਮਾਂ ਅੰਤਰਾਲ ਟੀ ਹੈ। ਮਤਲਬ ਕੋਈ ਧੁਨੀ ਗਈ ਅਤੇ ਵਾਪਸ ਆਈ, ਦੋਨੋਂ ਲਈ ਸਮਾਂ ਕੀ ਹੈ ਵੀ, ਸਮਾਂ ਅੰਤਰ ਕੀ ਹੋ ਗਿਆ ਟੀ। ਸਮੁੰਦਰੀ ਜਲ ਵਿੱਚ ਧੁਨੀ ਦੀ ਚਾਲ ਹੈ ਜਿਹੜੀ ਉਹ 20 ਹੈ, ਤਾਂ ਸਤ੍ਹਾ ਤੋਂ ਜਿਹੜੀ ਵਸਤੂ ਆ ਉਹਦੀ ਦੂਰੀ ਕਿੰਨੀ ਹੋਊਗੀ 2D ਹੋਏਗੀ। 2D = v/t। ਇਹ ਆਪਣੇ ਕੋਲ ਪਤਾ ਹੀ, ਆਪਣੇ ਕੋਲ ਫਾਰਮੂਲਾ ਪੜ੍ਹਦੇ ਹਾਂ ਆਪਾਂ ਮੈਂ ਇਹਦੇ ਵਿੱਚ ਸਾਇੰਸ ਦੇ ਵਿੱਚ, S = vt ਹੁੰਦਾ। ਠੀਕ ਹੈ, ਦੂਰੀ ਬਰਾਬਰ ਚਾਲ ਗੁਣਾ ਸਮਾਂ। ਹੁਣ ਦੂਰੀ ਆਪਣੇ ਕੋਲ ਆਉਣ ਜਾਣ ਦੀ 2D ਹੋ ਗਈ ਨਾ, 2 ਵਾਰੀ ਹੋ ਗਈ, v ਅਤੇ t ਉਹੀ ਹੈ, v ਵੈਲੋਸਿਟੀ t ਟਾਈਮ, 2D = v/t। ਇਹ ਇੰਪੋਰਟੈਂਟ ਹੈ, ਤੁਹਾਨੂੰ ਨੂਮੈਰੀਕਲ ਇਸ ਬੇਸ 'ਤੇ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ। ਆਪਾਂ ਕਰਾਂਗੇ ਵੀ ਇਸ ਬੇਸ ਦੇ ਨੂਮੈਰੀਕਲ ਸੈਕਿੰਡ ਪਾਰਟ ਦੇ ਵਿੱਚ, ਸਾਊਂਡ ਵਾਲਾ ਜਿਹੜਾ ਆਪਾਂ ਸੈਕਿੰਡ ਪਾਰਟ ਬਣਾਵਾਂਗੇ। ਠੀਕ ਹੈ ਬੇਟਾ, ਨੈਕਸਟ ਆਪਾਂ ਕਰਦੇ ਹਾਂ ਆਪਣੇ ਮਨੁੱਖੀ ਕੰਨ ਬਾਰੇ ਗੱਲਬਾਤ। ਇਹ ਵੀ ਤੁਹਾਨੂੰ ਪਤਾ ਹੀ ਹੈ, ਮਨੁੱਖੀ ਕੰਨ ਵੀ ਕੀ ਹੈ ਵੀ ਇੱਕ ਯੁਕਤੀ ਹੈ। ਠੀਕ ਹੈ, ਇੱਕ ਆਪਣਾ ਅੰਗ ਹੈ, ਭਾਗ ਹੈ ਆਪਣੇ ਸਰੀਰ ਦਾ, ਜਿਸ ਦੇ ਥਰੂ ਅਸੀਂ ਕੀ ਹੈ ਵੀ ਸੁਣ ਸਕਦੇ ਹਾਂ, ਜਿਸ ਦੇ ਥਰੂ ਆਪਾਂ ਕੀ ਕਰਦੇ ਹਾਂ ਵੀ ਸੁਣ ਸਕਦੇ ਹਾਂ। ਕੀ ਰੇਂਜ ਹੁੰਦੀ ਹੈ ਵੀ ਮਨੁੱਖੀ ਕੰਨ ਦੀ, ਆਪਾਂ ਪਹਿਲਾਂ ਹੀ ਦੱਸ ਕੇ ਹਟੇ ਹਾਂ, ਆਡੀਬਲ ਰੇਂਜ 20 ਹਰਟਜ਼ ਤੋਂ 20,000 ਹਰਟਜ਼ ਤੱਕ ਮਨੁੱਖੀ ਕੰਨ ਦੀ ਰੇਂਜ ਹੁੰਦੀ ਹੈ। ਇੱਥੋਂ ਤੱਕ ਮਨੁੱਖੀ ਕੰਨ ਆ ਜਿਹੜਾ ਉਹ ਸੁਣ ਸਕਦਾ ਹੈ। ਠੀਕ ਹੈ, ਮਨੁੱਖੀ ਕੰਨ ਦੇ 3 ਭਾਗ ਹੁੰਦੇ ਨੇ, ਬਾਹਰੀ ਕੰਨ, ਵਿਚਕਾਰਲਾ ਯਾਨੀ ਕਿ ਮੱਧ ਕੰਨ ਅਤੇ ਅੰਦਰਲਾ ਕੰਨ। 3 ਭਾਗ ਹੁੰਦੇ ਨੇ, ਯਾਦ ਰੱਖਣਾ। ਠੀਕ ਹੈ, ਇਹ ਜਿਹੜੀ ਡਾਇਗਰਾਮ ਹੈ ਮਨੁੱਖੀ ਕੰਨ ਦੀ ਹੈ। ਇਹ ਬਾਹਰੀ ਜਿਹੜੀ ਪੇਪੜੀ ਜੀ ਵਾਲਾ ਭਾਗ ਹੈ ਉਹ ਬਾਹਰੀ ਭਾਗ ਹੋ ਗਿਆ। ਠੀਕ ਹੈ, ਦੇਖੋ ਆ ਬਾਹਰੀ ਕੰਨ ਹੈ, ਇਹ ਵਾਲਾ ਜਿਹੜਾ ਬਾਹਰਲਾ ਭਾਗ ਹੈ ਇਹਦਾ ਕੀ ਕੰਮ ਹੈ ਵੀ ਇਹਨੂੰ ਪਿੰਨਾ ਵੀ ਬੋਲਦੇ ਨੇ। ਇਹ ਆਲੇ ਦੁਆਲੇ ਤੋਂ ਧੁਨੀ ਇਕੱਠਾ ਕਰਦਾ, ਇਕੱਠਾ ਕਰਨ ਦਾ ਕੰਮ ਕਰਦਾ, ਤਾਂ ਕਰਕੇ ਫੈਲਾਇਆ ਹੁੰਦਾ ਵੀ ਇੱਕੋ ਦਮ ਧੁਨੀ ਤਾਂ ਜਾਂਦੀ ਨਹੀਂ, ਤਾਂ ਉਹ ਇਕੱਠਾ ਕਰਦਾ, ਦੂਰ ਤੱਕ ਲੱਗਿਆ ਹੁੰਦਾ ਤਾਂ ਇਕੱਠਾ ਕਰਦਾ ਧੁਨੀ ਨੂੰ। ਠੀਕ ਹੈ, ਅੱਗੇ ਫਿਰ ਵਿਚਕਾਰਲਾ ਕੰਨ ਹੈ ਜਿਹੜਾ, ਅੱਗੇ ਵੀ ਜਿਹੜਾ ਇਕੱਠਾ ਕਰਦਾ, ਅੱਗੇ ਇਹ ਕੰਨ ਨਲੀ ਹੁੰਦੀ ਹੈ, ਕੰਨ ਨਲੀ ਤੋਂ ਆਹ ਵਾਲੀ, ਠੀਕ ਹੈ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹ ਵਾਲੀ। ਠੀਕ ਹੈ, ਇਸ ਰਾਹੀਂ ਅੱਗੇ ਜਾਂਦਾ ਮੱਧ ਕੰਨ ਦੇ ਵਿੱਚ, ਕੰਨ ਨਾਲੀ ਤੋਂ ਝਿੱਲੀ ਤੱਕ ਜਾਂਦੇ ਆ, ਜਿਹਨੂੰ ਆਪਾਂ ਪਰਦਾ ਵੀ ਬੋਲਦੇ ਹਾਂ, ਝਿੱਲੀ ਤੱਕ ਜਾਂਦਾ, ਉਹ ਧੁਨੀ ਝਿੱਲੀ ਤੱਕ ਜਾਂਦੀ ਹੈ। ਅੱਗੇ ਜਿਹੜਾ ਮੱਧ ਕੰਨ ਹੁੰਦਾ ਜਾਂ ਵਿਚਕਾਰਲਾ ਕੰਨ ਹੋ ਗਿਆ, ਇਹ ਵਾਲਾ ਸਿਸਟਮ ਸਾਰਾ। ਠੀਕ ਹੈ, ਜਿਹਦੇ ਵਿੱਚ 3 ਹੱਡੀਆਂ ਹੁੰਦੀਆਂ ਬੇਟਾ, ਹਥੌੜੀ, ਐਨਵਲ ਅਤੇ ਸਟ੍ਰਿਪ। ਠੀਕ ਹੈ, ਇਹ ਵਾਲੀਆਂ। ਕਲੀਅਰ ਹੈ, ਇਹ ਆ ਜਿਹੜੀਆਂ ਮਤਲਬ ਇਹਨਾਂ ਦਾ ਕੀ ਕੰਮ ਹੈ, ਐਂਪਲੀਫਿਕੇਸ਼ਨ ਕਰਦੀਆਂ ਨੇ, ਕੰਪਣ ਜਿਹੜੇ ਆ ਰਹੇ ਨੇ। ਠੀਕ ਹੈ, ਉਹਨਾਂ ਨੂੰ ਕੀ ਕਰਦੀਆਂ ਇਹ ਵੱਡਾ, ਕੰਨ ਨਾਲੀ ਰਾਹੀਂ ਜਿਹੜੇ ਪਰਦੇ ਤੱਕ ਧੁਨੀ ਆਈ ਹੈ ਉਹਨੂੰ ਵੱਡਾ ਕਰਦਾ, ਉਹਦੇ ਕੰਪਨਾਂ ਨੂੰ ਵੱਡਾ ਕਰਦਾ, ਉਹਦੀ ਐਂਪਲੀਫਿਕੇਸ਼ਨ ਕਰਦਾ। ਠੀਕ ਹੈ, ਉਦੋਂ ਬਾਅਦ ਇਹ ਕੰਨ ਬਤਰਾਂ ਦੁਆਰਾ ਵੀ ਅੰਦਰੂਨੀ ਕੰਨ, ਅੰਦਰਲੇ ਭਾਗ ਤੱਕ ਪਹੁੰਚਦਾ, ਅੰਦਰਲੇ ਕੰਨ ਵਿੱਚ ਇਹ ਕੰਨ ਬਤਰਾਂ ਦੁਆਰਾ ਪਹੁੰਚਦਾ। ਠੀਕ ਹੈ, ਅੱਗੇ ਕੰਨ ਬਤਰਾਂ ਹੁੰਦੀਆਂ ਜਿਹੜੀਆਂ ਉਹ ਕੀ ਕਰਦੀਆਂ ਵੀ, ਕੰਨ ਬਤਰਾਂ ਦੁਆਰਾ ਜਿਹੜੇ ਦਬਾਅ ਪਰਿਵਰਤਨ ਅੱਗੇ ਪਹੁੰਚੇ ਨੇ ਉਹਨਾਂ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਦਿੱਤਾ ਜਾਂਦਾ। ਇਹ ਸਾਰਾ ਜਿਹੜਾ ਕੰਮ ਆ ਉਹ ਅੰਦਰਲੇ
ਕੰਨ ਦੇ ਭਾਗ ਦੇ ਵਿੱਚ ਹੁੰਦਾ ਵੀ ਕੰਨ ਬਤਨਾਂ ਦੁਆਰਾ ਇਹਨਾਂ ਦਬਾਅ ਪਰਿਵਰਤਨਾਂ ਨੂੰ ਜਿਹੜੇ ਧੁਨੀ ਦੇ ਪਹੁੰਚੇ ਨੇ ਉਹਨਾਂ ਨੂੰ ਬਿਜਲੀ ਸੰਕੇਤ ਵਿੱਚ ਬਦਲ ਦਿੱਤਾ ਜਾਂਦਾ ਹੈ। ਠੀਕ ਹੈ, ਅਤੇ ਇਹ ਸੰਕੇਤ ਅੱਗੇ ਤੰਤੂਆਂ ਦੁਆਰਾ ਟਿਸ਼ੂਜ਼ ਹੁੰਦੇ ਨੇ ਜਿਹੜੇ ਆਡੀਟਰੀ ਨਰਵਸ ਹੁੰਦੀਆਂ ਨੇ ਉਹਨਾਂ ਦੁਆਰਾ ਦਿਮਾਗ ਤੱਕ ਭੇਜ ਦਿੱਤੇ ਜਾਂਦੇ ਨੇ। ਠੀਕ ਹੈ, ਅਤੇ ਦਿਮਾਗ ਇਸ ਦੀ ਧੁਨੀ ਦੇ ਰੂਪ ਦੇ ਵਿੱਚ ਕੀ ਕਰਦਾ, ਵਿਆਖਿਆ ਕਰਦਾ। ਆਪਾਂ ਨੂੰ ਕਲੀਅਰ ਪਤਾ ਲੱਗਦਾ ਵੀ ਗੱਲ ਅਸਲ ਦੇ ਵਿੱਚ ਹੈ ਕੀ। ਠੀਕ ਹੈ ਬੇਟਾ, ਇਹ ਸੀਗਾ ਤੁਹਾਡਾ ਟੋਪਿਕ ਸਾਊਂਡ ਯਾਨੀ ਕਿ ਧੁਨੀ। ਇਹਦੇ ਨਾਲ ਦੇ ਇੰਪੋਰਟੈਂਟ ਕੁਐਸਚਨ ਯਾਨੀ ਕਿ MCQs ਅਤੇ ਨੂਮੈਰੀਕਲਸ ਜਿਹੜੇ ਤੁਹਾਨੂੰ NTSC ਲਈ ਜਾਂ ਤੁਹਾਡੇ ਪੇਪਰਾਂ ਲਈ ਪੁੱਛੇ ਜਾਣਗੇ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਅਤੇ ਮੈਨੂੰ ਉਮੀਦ ਆ ਤੁਹਾਨੂੰ ਇਹ ਅੱਜ ਦਾ ਲੈਕਚਰ ਆ ਜਿਹੜਾ ਉਹ ਸਮਝ ਆ ਗਿਆ ਹੋਵੇਗਾ। ਥੈਂਕ ਯੂ।